पहला तो तुसा ये वीडियो देखो जरा। अस्सलाम दोस्तों, ये रोती हुई माँ देखें, अपने बेटे के पीछे अदालत आई है, कोई भी और पीछे आने वाला नहीं है। बच्चे की आंखों में आंसू देखें, ये रो रहा है अदालत में सारे दोस्तों के लिए, रिश्तेदारों के लिए जिन्हें नाल सन दादी जनाब ने नाल घूमते फिरते सन। आज कोई बेली सजन पीछे नहीं आया, बेचारा ऊंची आवाज में रो रहा है, चीखों से रो रहा है। और वालदा को जब मैंने अदालत के बाहर रोते हुए देखा तो मेरा दिल ही बड़ा अफसोस हुआ, परेशान हुआ कि यार सवाए मां तो मुश्किल वक्त कोई भी पीछे नहीं आता। ਇਹ ਮਲਕ ਫਹੀਮ ਖੋਖਰ ਸਾਹਿਬ ਨੇ ਜੀ, ਇਹ ਸਾਡੇ ਮੁਲਕ ਦੇ ਸਭ ਤੋਂ ਮਸ਼ਹੂਰ ਟਿਕਟੋਕਰ ਵਕੀਲ ਨੇ। 6.5 ਮਿਲੀਅਨ ਦੇ ਕਰੀਬ ਇਹਨਾਂ ਦੇ ਫਾਲੋਅਰਸ ਨੇ, ਬਲਕਿ 6.5 ਮਿਲੀਅਨ ਤੋਂ ਵੀ ਜ਼ਿਆਦਾ ਫਾਲੋਅਰਸ ਨੇ। ਔਰ ਇਹ ਵੀਡੀਓ ਬਣਾਉਂਦੇ ਨੇ ਕਚਹਿਰੀ ਦੇ ਵਿੱਚ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਕੋਈ ਮਾਮਲਾ ਹੁੰਦਾ ਹੈ। ਤੇ ਇਹਨਾਂ ਦਾ ਕੰਟੈਂਟ ਤੁਸੀਂ ਮੁਲਾਇਜ਼ਾ ਕਰ ਲਿਆ ਹੈ ਕਿ ਇੱਕ ਬੱਚਾ ਹੈ, ਉਹ ਕਿਸੇ ਐਵੇਂ ਕੋਈ ਛੋਟੇ-ਮੋਟੇ ਕੇਸ 'ਚ ਐਵੇਂ ਫੜਿਆ ਗਿਆ ਹੈ ਤੇ ਪੁਲਿਸ ਉਹਨੂੰ ਅਦਾਲਤ 'ਚ ਪੇਸ਼ ਕਰਨ ਆਈ ਹੈ ਤੇ ਇਹਨਾਂ ਨੇ ਉਹਨਾਂ ਨੂੰ ਖੜਾ ਕਰਕੇ ਉੱਥੇ ਕਚਹਿਰੀ, ਉਹ ਇੱਕ ਪਾਸੇ ਉਹਦੀ ਮਾਂ ਨੂੰ ਖੜਾ ਕੀਤਾ ਹੈ, ਇੱਕ ਪਾਸੇ ਆਪਣਾ ਉਸ ਬੱਚੇ ਨੂੰ ਖੜਾ ਕਰਕੇ ਤੇ ਪਹਿਲੇ ਹੱਥਕੜੀ ਨੂੰ ਜ਼ੂਮ ਕੀਤਾ ਹੈ, ਉਹਦੇ ਹੱਥਾਂ 'ਚ ਹੱਥਕੜੀ ਲੱਗੀ ਹੋਈ ਦਿਖਾਈ ਹੈ ਕਿ ਦੇਖੋ ਜੀ ਕ੍ਰਿਮੀਨਲ ਹੈ। ਤੇ ਉਸ ਤੋਂ ਬਾਅਦ ਉਹਨੂੰ ਰੋਂਦਾ ਹੋਇਆ ਦਿਖਾਇਆ ਹੈ। ਫਿਰ ਉਸ ਤੋਂ ਬਾਅਦ ਮਾਂ ਦਾ ਚਿਹਰਾ ਵੀ ਦਿਖਾਇਆ, ਪੂਰਾ ਰੋਂਦਾ ਹੋਇਆ ਮਾਂ ਦਾ ਕਿ ਕਿਵੇਂ ਮਾਂ ਬਿਲਕ ਰਹੀ ਹੈ। ਤੇ ਉੱਤੇ ਕੰਟੈਂਟ ਜਿਹੜਾ ਹੈ ਨਾ ਉਹ ਇਹ ਪੇਸ਼ ਕਰ ਰਹੇ ਨੇ ਕਿ ਦੇਖੋ ਇਹ ਬੱਚਾ ਜਿਹੜਾ ਨਾ ਫੜਿਆ ਗਿਆ ਸੀਗਾ ਤੇ ਇਹ ਰੋ ਰਿਹਾ ਸੀਗਾ ਤੇ ਇਹਨੂੰ ਕੋਈ ਇਹਦੇ ਪਿੱਛੇ ਨਹੀਂ ਆਇਆ ਸਿਵਾਏ ਮਾਂ ਤੋਂ, ਤੇ ਔਖੇ ਟਾਈਮ ਮਾਂ ਤੋਂ ਇਲਾਵਾ ਕੋਈ ਨਹੀਂ ਆਂਦਾ। ਤੇ ਚਲੋ ਹੁਣ ਆਪਾਂ ਇਹਦੀ ਜ਼ਮਾਨਤ ਕਰਾਉਂਦੇ ਹਾਂ ਜੀ। ਇਹ ਯਾਨੀ ਇੱਕ ਤਰ੍ਹਾਂ ਦਾ ਇਹਦੇ ਤੇ ਇਹਸਾਨ ਛੱਡਦੇ ਆ। ਉਹ ਆਪਣੇ ਆਪ ਨੂੰ ਪੋਰਟਰੇਟ ਕਰ ਰਹੇ ਨੇ ਕਿ ਮੈਂ ਬੜਾ ਇਨਸਾਨ ਦੋਸਤ ਔਰ ਬੜਾ ਦਰਦ ਦਿਲ ਰੱਖਣ ਵਾਲਾ ਬੰਦਾ ਹਾਂ ਔਰ ਮੈਂ ਇਸ ਤਰ੍ਹਾਂ ਦੇ ਬਹੁਤ ਸਾਰੇ ਕੇਸਿਸ ਜਿਹੜੇ ਨੇ ਨਾ ਉਹ ਐਵੇਂ ਫੀ ਸਬੀਲਿਲ੍ਲਾਹ ਜਿਹੜਾ ਨਾ ਕਰ ਦਿੰਦਾ। ਤੇ ਆਪਾਂ ਇਸ ਤੇ ਥੋੜੀ ਜੀ ਗੱਲ ਕਰਦੇ ਹਾਂ ਕਿ ਇਹਨਾਂ ਦਾ ਜਿਹੜਾ ਕੰਟੈਂਟ ਹੈ, ਇਹਨਾਂ ਦਾ ਤਕਰੀਬਨ ਸਾਰੀ ਵੀਡੀਓਜ਼ ਜਿਹੜੀ ਨੇ ਉਹ ਤਕਰੀਬਨ ਇਸੇ ਤਰ੍ਹਾਂ ਦਾ ਹੀ ਕੰਟੈਂਟ ਹੁੰਦਾ ਹੈ। ਇਹਦੇ ਉੱਤੇ ਸਭ ਤੋਂ ਪਹਿਲਾ ਇਤਰਾਜ਼ ਮੇਰਾ ਤੇ ਇਹ ਹੈ ਕਿ ਅਗਰ ਤੁਸੀਂ ਇਹ ਵੀਡੀਓ ਤੁਸੀਂ ਨੇਕੀ ਅਗਰ ਕਰਨੀ ਹੈ ਵਾਲੀ ਤੇ ਤੁਸੀਂ ਵੈਸੇ ਇਕੱਲੇ ਬਹਿ ਕੇ ਕੋਈ ਵੀਡੀਓ ਬਣਾ ਲਓ ਕਿ ਜੀ ਮੇਰੇ ਕੋਲ ਇੱਕ ਕਲਾਇੰਟ ਇਸ ਤਰ੍ਹਾਂ ਦਾ ਆਇਆ, ਇੱਕ ਬੱਚਾ ਇਸ ਉਮਰ ਦਾ ਸੀ, ਉਹਨੇ ਫਲਾਂ ਗਲਤੀ ਕੀਤੀ, ਉਹਦੇ ਪਿੱਛੇ ਕੋਈ ਨਹੀਂ ਆਇਆ, ਉਹਦੇ ਕੋਈ ਯਾਰ ਦੋਸਤ ਨਹੀਂ ਆਏ, ਉਹਦੀ ਸਿਰਫ ਮਾਂ ਆਈ ਸੀ। ਮਾਂ ਦਾ ਚਿਹਰਾ ਇਸ ਤਰ੍ਹਾਂ ਜ਼ੂਮ ਕਰਕੇ ਦਿਖਾਉਣਾ ਰੋਂਦੀ ਹੋਈ ਮਾਂ ਦਾ, ਔਰ ਬੱਚੇ ਨੂੰ ਜਿਹੜਾ ਨਾ ਉਹ ਐਵੇਂ ਕ੍ਰਿਮੀਨਲ ਪੋਰਟਰੇਟ ਕਰਨਾ, ਇਹ ਮੈਨੂੰ ਤੇ ਕੋਈ ਅਖਲਾਕੀ ਤੌਰ ਤੇ ਕੋਈ ਮੁਨਾਸਿਬ ਚੀਜ਼ ਨਹੀਂ ਲੱਗੀ। ਅਗਰ ਤੁਸੀਂ ਕੋਈ ਇਸਲਾਈ ਮੈਸੇਜ ਮਾਰਕੀਟ 'ਚ ਆਪਣਾ ਦੇਣਾ ਚਾਹੁੰਦੇ ਹੋ ਤੇ ਤੁਸੀਂ ਵੈਸੇ ਇਕੱਲੇ ਬਹਿ ਕੇ ਕੋਈ ਵੀਡੀਓ ਬਣਾ ਲਓ ਕਿ ਮੇਰੇ ਕੋਲ ਕੋਈ ਕਲਾਇੰਟ ਆਇਆ ਸੀ ਜੀ, ਉਹਨਾਂ ਦਾ ਇਹ ਮਸਲਾ ਸੀ, ਬੱਚਾ ਸੀਗਾ, ਮਾਂ ਸੀਗੀ, ਨਾਲ ਬੰਦਾ ਕੋਈ ਨਹੀਂ ਸੀ ਹੈਗਾ, ਤੇ ਬੱਚੋ ਤੁਸੀਂ ਵੀ ਖਿਆਲ ਕਰਿਆ ਕਰੋ ਇਸ ਤਰ੍ਹਾਂ ਦੇ। ਜਾਂ ਅਗਰ ਇਸ ਤੋਂ ਵੀ ਅੱਗੇ ਤੁਸੀਂ ਜਾਣਾ ਹੈ, ਤੁਹਾਡੇ ਵਾਸਤੇ ਬਹੁਤ ਜ਼ਰੂਰੀ ਹੈ ਵਿਊਜ਼ ਵਾਸਤੇ ਇਹ ਕੰਟੈਂਟ ਕ੍ਰੀਏਟ ਕਰਨਾ, ਤੇ ਤੁਸੀਂ ਕਮ ਸੇ ਕਮ ਉਸ ਬੱਚੇ ਦਾ ਚਿਹਰਾ ਬਲਰ ਕਰ ਦਿਓ, ਤੁਸੀਂ ਉਸ ਮਾਂ ਦਾ ਚਿਹਰਾ ਹੀ ਬਲਰ ਕਰ ਦਿਓ। ਉਹ ਕਮ ਸੇ ਕਮ ਉਹਨਾਂ ਦੇ ਫੇਸਿਸ ਤੇ ਨਜ਼ਰ ਨਾ ਤੁਸੀਂ ਪੂਰੀ ਦੁਨੀਆ 'ਚ ਉਹਨਾਂ ਨੂੰ ਮਸ਼ਹੂਰ ਕਰ ਦਿੱਤਾ ਹੈ ਕਿ ਜੀ ਇਹਨੇ ਇੱਕ ਜਿਹੜਾ ਨਾ ਕ੍ਰਾਈਮ ਕੀਤਾ। ਇਹ ਇਸ ਤੋਂ ਪਹਿਲੇ ਹੋ ਸਕਦਾ ਹੈ ਕਿ ਉਹਨਾਂ ਦੇ ਪੂਰੇ ਪਿੰਡ 'ਚ ਵੀ ਕਿਸੇ ਨੂੰ ਨਾ ਪਤਾ ਹੋਵੇ, ਉਹਨਾਂ ਦੀਆਂ 2-4 ਗਲੀਆਂ 'ਚ ਬਸ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਪਤਾ ਹੋਏਗਾ ਕਿ ਬੱਚਾ ਇਹਨਾਂ ਦਾ ਫੜਿਆ ਗਿਆ ਔਰ ਇਹ ਮਾਮਲਾ ਹੋਇਆ। ਤੁਸੀਂ ਵੀਡੀਓ ਲਾ ਕੇ ਪੂਰੇ ਪਾਕਿਸਤਾਨ 'ਚ ਔਰ ਪੂਰੀ ਦੁਨੀਆ 'ਚ ਉਹਨੂੰ ਮਸ਼ਹੂਰ ਕਰ ਦਿੱਤਾ ਹੈ। ਉਹ ਬੱਚੇ ਨੂੰ ਹੁਣ ਲੋਕ ਜਿੱਥੇ ਵੀ ਵੇਖਣਗੇ ਉਹਨੂੰ ਵੇਖ ਕੇ ਕਹਿਣਗੇ ਕਿ ਯਾਰ ਤੈਨੂੰ ਕਿਤੇ ਵੇਖਿਆ ਹੈ, ਅੱਛਾ ਉਹ ਹਾਂ ਤੈਨੂੰ ਹੱਥਕੜੀ ਲੱਗੀ ਹੋਈ ਸੀ, ਤੈਨੂੰ ਤੇ ਪੁਲਿਸ ਫੜ ਕੇ ਲੈ ਗਈ ਸੀ, ਐਵੇਂ ਕੀ ਕੀਤਾ ਸੀ ਤੂੰ, ਇਹ ਸਾਰਾ ਕੁਝ। ਤਾਂ ਉਹ ਮਤਲਬ ਕੀ ਉਹਦੇ ਤੇ ਬੀਤਨੀ ਹੈ, ਕੀ ਉਹਦੇ ਤੇ ਗੁਜ਼ਰਨੀ ਹੈ, ਇਹ ਤੁਸੀਂ ਮੈਨੂੰ ਇੱਕ ਵਾਕਿਆ ਯਾਦ ਆ ਗਿਆ। ਸਾਡੀ ਬਰਾਦਰੀ ਦੇ ਨਾ ਇੱਕ ਬੜੇ ਮਸ਼ਹੂਰ ਬੜੇ ਪਿਆਰੇ ਆਦਮੀ ਨੇ, ਤੇ ਉਹ ਸ਼ਰਾਬ ਬੜੀ ਪੀਂਦੇ ਹੁੰਦੇ ਸਨ, ਤੇ ਉਹਨਾਂ ਨੇ ਆਪਣਾ ਜਿਹੜਾ ਨਾ ਸ਼ਰਾਬ ਵਗੈਰਾ ਛੱਡੀ ਤੇ ਉਹ ਤਬਲੀਗੀ ਜਮਾਤ ਨਾਲ ਚਲੇ ਗਏ, ਉਹਨਾਂ ਨੇ ਸ਼ਰਾਬ ਛੱਡ ਦਿੱਤੀ ਔਰ ਉਹ ਬਿਹਤਰ ਹੋ ਗਏ ਮਾਸ਼ਾਅੱਲਾ। ਉਹਨਾਂ ਨੇ ਦਾੜੀ ਵੀ ਰੱਖ ਲਈ, ਮੈਂ ਉਹਨਾਂ ਦਾ ਨਾਮ ਨਹੀਂ ਲਵਾਂਗਾ, ਜਿਹੜੇ ਲੋਕ ਸੁਣ ਰਹੇ ਨੇ ਉਹ ਸਮਝ ਗਏ ਹੋਣਗੇ। ਤੇ ਉਹਨਾਂ ਤਬਲੀਗ ਤੇ ਆਪਣਾ ਚਿੱਲੇ ਤੇ ਨਿਕਲ ਗਏ, ਕੋਈ ਬਾਬਾ ਕੋਈ ਦੂਰ ਕਿਤੇ ਐਵੇਂ ਆਪਣਾ ਠੰਡੇ ਇਲਾਕਿਆਂ ਦੇ ਵਿੱਚ ਨਾ, ਤੇ ਉੱਥੇ ਹੁਣ ਜਿਹੜੇ ਉਹਦੇ ਤਬਲੀਗੀ ਸਾਥੀ ਸਨ, ਇਹ ਲਤੀਫਾ ਐਜ਼ ਅ ਲਤੀਫਾ ਵੀ ਤੁਸੀਂ ਬਹੁਤ ਦਫਾ ਸੁਣਿਆ ਹੋਵੇਗਾ, ਲੇਕਿਨ ਸਾਡਾ ਤੇ ਇੱਕ ਸੱਚਾ ਵਾਕਿਆ। ਤੇ ਉਹ ਬੰਦਾ ਖੁਦ ਇਹ ਗੱਲ ਸੁਣਾਉਂਦਾ, ਉਹ ਕਹਿੰਦਾ ਕਿ ਅਸਾਂ ਜਦੋਂ ਕਿਸੇ ਕੋਲ ਜਾਂਦੇ ਸਨ ਨਾ ਤਬਲੀਗ ਵਾਸਤੇ, ਕਿਸੇ ਕੋਲ ਬਹਿੰਦੇ ਸਨ ਤੇ ਮੈਨੂੰ ਨਾਲ ਬਿਠਾ ਲੈਂਦੇ ਸੀ ਔਰ ਉਹਨਾਂ ਨੂੰ ਦੱਸਦੇ ਸੀ ਕਿ ਇਹ ਸਾਡੇ ਫਲਾਂ ਭਾਈ ਨੇ, ਇਹਨਾਂ ਦਾ ਇਹ ਨਾਮ ਹੈ, ਤੇ ਇਹ ਬੜੀ ਸ਼ਰਾਬ ਪੀਂਦੇ ਸਨ, ਇਹ ਬੜੇ ਗਲਤ ਕੰਮ ਕਰਦੇ ਸੀ, ਰੋਜ਼ ਹਰ ਵੇਲੇ ਨਸ਼ੇ 'ਚ ਹੁੰਦੇ ਸੀ, ਤੇ ਇਹ ਉਹ। ਤੇ ਦੇਖੋ ਤਬਲੀਗ ਦੇ ਰਸਤੇ ਜਿਹੜਾ ਨਾ ਇਹ ਕਿਵੇਂ ਅੱਲਾਹ ਤਾਲਾ ਨੇ ਇਹਨੂੰ ਹਦਾਇਤ ਦਿੱਤੀ ਹੈ ਤੇ ਅੱਜ ਤਬਲੀਗ ਵਾਸਤੇ ਨਿਕਲੇ ਹੋਏ ਨੇ ਸਾਰਾ ਕੁਝ। ਉਹ ਕਹਿੰਦਾ ਯਾਰ ਪਹਿਲੇ ਦਿਨ ਤੇ ਮੈਂ ਸੁਣਿਆ, ਮੈਂ ਕਿਹਾ ਚਲੋ ਅੱਛੀ ਗੱਲ ਹੈ ਯਾਰ, ਚਲੋ ਐਜ਼ ਐਨ ਐਗਜ਼ਾਮਪਲ ਮੈਨੂੰ ਕੋਟ ਕੀਤਾ ਕਿਤੇ ਨਾ ਕਿਤੇ ਕਿਸੇ ਵਾਸਤੇ ਬਿਹਤਰੀ ਹੋਏਗੀ। ਉਹ ਕਹਿੰਦਾ ਅਗਲੇ ਦਿਨ ਫਿਰ ਜਿੱਥੇ ਬਈਏ ਜਾ ਕੇ ਇਹ ਗੱਲ ਸ਼ੁਰੂ ਹੀ ਇੱਥੋਂ ਕਰਨ, ਇਹ ਸਾਡੇ ਭਾਈ ਨੇ, ਇਹ ਦਿਨ ਰਾਤ ਸ਼ਰਾਬ ਪੀਂਦੇ ਸਨ, ਇਹ ਐਵੇਂ ਕਰਦੇ ਸਨ ਉਵੇਂ। ਉਹ ਕਹਿੰਦਾ ਯਾਰ 3-4 ਦਿਨ ਮੈਂ ਬਰਦਾਸ਼ਤ ਕੀਤਾ, ਮੈਂ ਫਿਰ ਇੱਕ ਦਿਨ ਉਹਨਾਂ ਨੂੰ ਆਖਿਆ ਬਿਠਾ ਕੇ ਕਿ ਯਾਰ ਇੰਨਾ ਬਦਨਾਮ ਤੇ ਮੈਂ ਉਦੋਂ ਨਹੀਂ ਹੋਇਆ ਜਦੋਂ ਮੈਂ ਸ਼ਰਾਬ ਪੀਂਦਾ ਸੀ ਜਿੰਨਾ ਤੁਸੀਂ ਮੈਨੂੰ ਬਦਨਾਮ ਕਰ ਦਿੱਤਾ ਜਗ੍ਹਾ ਜਗ੍ਹਾ। ਤੇ ਇਹ ਬੱਚਾ ਜਿਹੜਾ ਨਾ ਉਹ ਇੰਨਾ ਬਦਨਾਮ ਤੇ ਆਪਣਾ ਕ੍ਰਾਈਮ ਕਰਕੇ ਨਹੀਂ ਹੋਇਆ ਹੋਣਾ ਜਿੰਨਾ ਇਸ ਵੀਡੀਓ ਤੋਂ ਬਾਅਦ ਉਹ ਬਦਨਾਮ ਹੋ ਗਿਆ ਹੋਣਾ। ਤੇ ਇਹ ਬਜ਼ਾਇਰ ਹਮਦਰਦੀ ਦਿਖਾ ਰਹੇ ਨੇ ਕਿ ਬੜੇ ਇਨਸਾਨ ਦੋਸਤ ਨੇ। ਮੈਂ ਇਸ ਤੇ ਵੀ ਗੱਲ ਕਰਾਂਗਾ। ਇਹਨਾਂ ਨੇ ਜਿਹੜੀ ਇਹ ਵੀਡੀਓ ਇਹਨਾਂ ਦੀ ਚਾੜੀ ਹੈ ਨਾ ਜੀ, ਇਹਦੇ ਉੱਤੇ ਇਹਨਾਂ ਦੇ ਆਏ ਨੇ ਜੀ 12 ਮਿਲੀਅਨ ਵਿਊਜ਼, 12 ਮਿਲੀਅਨ ਵਿਊਜ਼ ਆਏ ਨੇ, ਯਾਨੀ 1 ਕਰੋੜ ਤੇ 20 ਲੱਖ ਵਿਊਜ਼ ਹਜੇ ਤੱਕ ਆ ਚੁੱਕੇ ਨੇ, ਇਹ ਹਜੇ ਵਧਨੇ ਨੇ। ਤੇ ਟਿਕਟੌਕ ਐਵਰੇਜ ਇਹਨਾਂ ਦਾ ਯਕੀਨਨ ਅਕਾਊਂਟ ਜਿਹੜਾ ਨਾ ਮੋਨੀਟਾਈਜ਼ ਹੈ, ਇਥੋਂ ਚੰਗੀ ਭਲੀ ਕਮਾਈ ਕਰਦੇ ਨੇ। ਤੇ ਐਵਰੇਜ ਜਿਹੜਾ ਇੰਨੇ ਵਿਊਜ਼ ਤੇ ਟਿਕਟੌਕ ਇਹਨਾਂ ਨੂੰ ਪੈਸੇ ਦਿੰਦਾ ਜੀ 1500 ਤੋਂ 200,000 ਡਾਲਰ, 1500 ਤੋਂ 2000 ਡਾਲਰ। ਤੁਸੀਂ ਛੱਡੋ, ਤੁਸੀਂ 1500 ਵੀ ਛੱਡੋ, 2000 ਵੀ ਛੱਡੋ, ਤੁਸੀਂ ਇਹ ਲਾ ਲੋਗੇ ਇਹਨਾਂ ਨੂੰ ਸਿਰਫ 1000 ਡਾਲਰ ਵੀ ਅਗਰ ਇਸ ਵੀਡੀਓ ਦਾ ਆਇਆ ਹੋਏਗਾ ਤੇ ਉਹ ਤਕਰੀਬਨ ਇਹਨਾਂ ਨੂੰ 2,80,000 ਰੁਪਇਆ
3 ਲੱਖ ਦੇ ਨੇੜੇ ਨੇੜੇ ਇਹਨਾਂ ਨੇ ਇਸ ਵੀਡੀਓ ਤੋਂ ਜਨਰੇਟ ਕਰ ਲਿਆ। ਕਮਾਲ ਹੈ ਇਹਨਾਂ ਕੋਲ। ਇਹ ਸਾਰੇ ਦੇ ਵਿੱਚ ਫਾਇਦਾ ਕਿਹਦਾ ਹੋਇਆ? ਇਹ ਅੰਮਾ ਕਿਤੇ ਹੋਰ ਕੋਈ ਆਮ ਵਕੀਲ ਕਰਦੀ, ਕੋਈ ਛੋਟਾ ਜਿਹਾ ਮਾਮਲਾ ਸੀ, ਕੋਈ 10 15 20 ਹਜ਼ਾਰ ਚ ਵਕੀਲ ਕਰਕੇ ਤੇ ਉਹਦੀ ਜ਼ਮਾਨਤ ਹੋ ਜਾਣੀ ਸੀ। ਇਹਨੂੰ ਇਹਨਾਂ ਨੇ ਖੋਖਰ ਸਾਹਿਬ ਨੇ ਇਹਨਾਂ ਨੂੰ ਐਜ਼ ਅ ਕੰਟੈਂਟ ਜਿਹੜਾ ਨਾ ਯੂਜ਼ ਕੀਤਾ ਹੈ, ਉਹਦੇ ਨਾਲ ਲੱਖਾਂ ਰੁਪਇਆ ਵੀ ਕਮਾ ਲਿਆ ਹੈ, ਮਾਸ਼ਰੇ 'ਚ ਆਪਣੀ ਹਮਦਰਦੀ ਵੀ ਜਨਰੇਟ ਕਰ ਲਈ ਹੈ ਕਿ ਦੇਖੋ ਜੀ ਮੈਂ ਕਿੰਨਾ ਖੁਦਾਤਰਸ ਆਦਮੀ ਹੈ, ਤੇ ਉਹਨਾਂ ਤੇ ਵੀ ਸਾਰਾ ਇਹਸਾਨ ਵੀ ਚਾੜ ਦਿੱਤਾ ਹੈ ਕਿ ਜੀ ਮੈਂ ਤੁਹਾਡਾ ਜਿਹੜਾ ਨਾ ਕੇਸ ਲੜਿਆ ਔਰ ਮੈਂ ਤੁਹਾਡੇ ਕੋਲ ਫੀਸ ਵੀ ਕੋਈ ਨਹੀਂ ਲਈ। ਔਰ ਇਹ ਸਾਡਾ ਸਾਰਾ ਜਿਹੜਾ ਮੁਲਕ ਹੈ ਉਹ ਟਿਕਟੌਕ ਜ਼ਿਆਦਾ ਹੋ ਚੁੱਕਿਆ ਹੈ, ਹਰ ਬੰਦਾ ਇਸੇ ਪਾਸੇ ਲੱਗ ਗਿਆ ਹੈ। ਮਤਲਬ ਵਿਊਜ਼ ਵਾਸਤੇ ਤੁਸੀਂ ਆਪਣੇ ਕੰਮ ਦੀ ਜਗ੍ਹਾ ਨੂੰ ਜਿਹੜਾ ਨਾ ਇਸੇ ਲਈ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ। ਇਹ ਅਗਰ ਡਾਕਟਰ ਜੋ ਸ਼ੁਰੂ ਹੋ ਜਾਣ ਆਪਣਾ ਜਦੋਂ ਆਪਰੇਟ ਕਰਦੇ ਨੇ ਕਿਸੇ ਦੀ ਸਰਜਰੀ ਕਰਦੇ ਨੇ ਤੇ ਉਸ ਵੇਲੇ ਦੀ ਵੀਡੀਓਜ਼ ਕਿੰਨੀ ਇੰਟਰਸਟਿੰਗ ਹੋਏਗੀ। ਉਹ ਕਿਸੇ ਦਾ ਬਾਈਪਾਸ ਕਰਦੇ ਹੋਏ ਜੋ ਦਿਲ ਕੱਢ ਕੇ ਸਾਈਡ ਤੇ ਰੱਖ ਦੇਣ ਔਰ ਉਹ ਆਪਣਾ ਇੱਥੇ ਦਿਲ ਵਾਲੇ ਹਸਪਤਾਲ ਕਾਰਡੀਓਲੋਜੀ ਆਪਣਾ ਜਿਹੜਾ ਨਾ ਮੁਲਤਾਨ ਇੰਸਟੀਚਿਊਟ ਆਫ ਕਾਰਡੀਓਲੋਜੀ ਉੱਥੇ ਆਪਣਾ ਰੋਜ਼ ਕੋਈ ਨਾ ਕੋਈ ਵੀਡੀਓ ਇਸ ਤਰ੍ਹਾਂ ਦੀ ਆ ਰਹੀ ਹੋਣ ਤੇ ਉਹ ਡਾਕਟਰਾਂ ਦੇ ਵਿਊਜ਼ ਤਾਂ ਬਹੁਤ ਵੱਧ ਜਾਣਗੇ ਜੇ ਉਹਨਾਂ ਨੇ ਇਸ ਕੰਮ ਲਈ ਇਹਨਾਂ ਨੂੰ ਯੂਜ਼ ਕਰਨਾ ਹੈ। ਮਤਲਬ ਪ੍ਰੋਫੈਸ਼ਨਲਿਜ਼ਮ 'ਚ ਔਰ ਇਹਦੇ 'ਚ ਥੋੜਾ ਜਿਹਾ ਫਰਕ ਰੱਖਣਾ ਚਾਹੀਦਾ ਹੈ। ਅਗਰ ਪੁਲਿਸ ਵਾਲੇ ਕੰਮ ਸ਼ੁਰੂ ਕਰ ਦੇਣ, ਪੁਲਿਸ ਵਾਲੇ ਦੇ ਰੋਜ਼ ਕੋਈ ਚੋਰ ਡਾਕੂ ਕੋਈ ਮੁਜਰਮ ਫੜਦੇ ਨੇ, ਉਹ ਜਦੋਂ ਉਹਨਾਂ ਦਾ ਲਿੱਤਰ ਪੋਲਾ ਕਰਦੇ ਨੇ, ਉਹਨਾਂ ਦੇ ਲਿੱਤਰ ਮਾਰਦੇ ਨੇ, ਉਹਨਾਂ ਨੂੰ ਉਲਟਾ ਲਿਟਾ ਕੇ ਤੇ ਉਸ ਵੇਲੇ ਦੀਆਂ ਚੀਖਾਂ ਤੇ ਸਾਰਾ ਕੁਝ, ਉਹ ਕਿੱਡਾ ਵਧੀਆ ਕੰਟੈਂਟ ਬਣੇਗਾ ਅਗਰ ਉਹ ਉਹਨਾਂ ਨੂੰ ਵੀਡੀਓਜ਼ ਨੂੰ ਪੋਸਟ ਕਰਨਾ ਸ਼ੁਰੂ ਕਰ ਦੇਣ। ਕਿੰਨੇ ਵਿਊਜ਼ ਉਹਨਾਂ ਨੂੰ ਆ ਜਾਣ। ਉਹ ਐਸਐਚਓ ਨੂੰ ਤੇ ਤਨਖਾਹ ਦੇ ਇੰਤਜ਼ਾਰ ਦੀ ਲੋੜ ਹੀ ਨਹੀਂ ਪੈਣੀ, ਉਹਨੂੰ ਇੱਕ ਵੀਡੀਓ ਦੇ ਇੰਨੇ ਵਿਊਜ਼ ਆਣੇ ਨੇ। ਤੇ ਇਹ ਮਤਲਬ ਥੋੜਾ ਜਿਹਾ ਫਰਕ ਕਰਨਾ ਬੜਾ ਜ਼ਰੂਰੀ ਹੈ। ਦੂਸਰਾ ਜਿਹੜਾ ਬੜਾ ਅਹਿਮ ਮਾਮਲਾ ਹੈ ਉਹ ਹੈ ਕਿ ਪਤਾ ਨਹੀਂ ਇਹ ਉਹਦੀ ਜ਼ਮਾਨਤ ਹੋਈ ਵੀ ਹੈ ਕਿ ਨਹੀਂ ਹੋਈ। ਉਹ ਵੀਡੀਓ ਚਾੜ ਦਿੱਤੀ ਹੈ, ਉਹ ਤੁਸੀਂ ਦੇਖਿਆ ਖੁੱਲੀ ਕਚਹਿਰੀਆਂ ਲੱਗਦੀਆਂ ਪਈਆਂ ਨੇ, ਸਾਡੇ ਪੁਲਿਸ ਵਾਲਿਆਂ ਨੂੰ ਸ਼ੌਕ ਚੜਿਆ ਹੋਇਆ। ਉਹ ਕੋਈ ਐਸਪੀ ਸਾਹਿਬ ਬੈਠੇ ਨੇ, ਉਹ ਕਹਿ ਰਹੇ ਨੇ ਐਸਐਚਓ ਨੂੰ ਇਹਨੂੰ ਰਿਕਵਰੀ ਹੋ ਜਾਣੀ ਚਾਹੀਦੀ, ਕੱਲ ਤੱਕ ਇਹਦਾ ਫਲਾਂ ਕੰਮ ਹੋ ਜਾਣਾ ਚਾਹੀਦਾ, ਮੈਂ ਤੈਨੂੰ ਕਹਿਤਾ ਨਾ ਬਸ ਹੋ ਜਾਵੇ ਇਹ ਉਹ ਵੀਡੀਓ ਚਾੜਦੇ ਨੇ। ਉਹ ਬੜਾ ਦੇਖੋ ਜੀ ਕਿਤਨਾ ਐਕਟਿਵ ਔਰ ਕਿਤਨਾ ਆਪਣਾ ਜਿਹੜਾ ਨਾ ਪਰਫਾਰਮ ਕਰ ਰਿਹਾ ਨੇ, ਇਹ ਅਫਸਰ ਕਿੰਨਾ ਪਰਫਾਰਮ ਕਰ ਰਿਹਾ। ਉਹਦੇ ਵਿਊਜ਼ ਆ ਜਾਂਦੇ ਨੇ, ਥੱਲੇ ਕਮੈਂਟਸ ਵਾਵਾ ਆ ਜਾਂਦੇ ਨੇ। ਬਾਅਦ ਚੋਂ ਨਾ ਕਿਸੇ ਨੇ ਉਹ ਜਿਹੜਾ ਐਪਲੀਕੈਂਟ ਹੈ ਨਾ ਉਹਨੂੰ ਮਿਲਣਾ, ਨਾ ਉਹਨੂੰ ਕੋਈ ਪੁੱਛਣਾ ਕਿ ਤੇਰੇ ਨਾਲ ਕੀ ਬਣਿਆ। ਸਾਨੂੰ ਇਸ ਜੁਡੀਸ਼ੀਅਲ ਸਿਸਟਮ ਦਾ ਔਰ ਇਹ ਸਾਰੇ ਜਿਹੜੇ ਫੌਜਦਾਰੀ ਜਿਹੜੇ ਮੁਕੱਦਮੇ ਹੁੰਦੇ ਨੇ, ਸਾਰਾ ਜਿਨ੍ਹਾਂ ਨੂੰ ਉਹਨਾਂ ਦੀ ਸਮਝ ਹੈ, ਉਹਨਾਂ ਨੂੰ ਅੰਦਾਜ਼ਾ ਹੈ ਕਿ ਇੱਥੇ ਐਵੇਂ ਜਾਨ ਨਹੀਂ ਛੋੜਦੀ ਕਿ ਐਵੇਂ ਕਿਸੇ ਨੇ ਫੋਨ ਕਰਤਾ ਕਿ ਸਾਰਾ ਮਸਲਾ ਹੱਲ ਹੋ ਗਿਆ। ਇਹ ਪ੍ਰੋਪਰ ਇੱਕ ਪ੍ਰੋਸੀਜਰ ਹੈ। ਇਹ ਸਾਰੀ ਖੁਆਰੀ ਕੱਟਣ ਤੋਂ ਬਾਅਦ ਜਿਹੜਾ ਨਾ ਉਹ ਸਾਰਾ ਕੁਝ ਹੁੰਦਾ ਹੈ। ਤੇ ਇੱਧਰ ਵੀ ਜਿਹੜਾ ਨਾ ਚੱਲ ਤੇਰੀ ਜ਼ਮਾਨਤ ਕਰਾ ਦਿੰਦੇ ਆ, ਆ ਜਾ ਤੇਰੀ ਜ਼ਮਾਨਤ ਕਰਾ ਦਿੰਦੇ। ਉਹ ਜ਼ਮਾਨਤਾਂ ਜਿਵੇਂ ਹੁੰਦੀਆਂ ਨੇ ਉਹ ਸਾਰਾ ਕੁਝ ਉਹ ਇੱਕ ਅਲੱਗਾ ਇੱਕ ਬਹਿਸ ਹੈ ਕਿ ਜੀ ਪਤਾ ਨਹੀਂ ਐਵੇਂ ਹੋਏਗਾ ਕਿ ਨਹੀਂ ਹੋਏਗਾ।